ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚ ਦੇ ਨਾਲ ਜੁੜਨ ਦਾ ਤੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੁੜਨ ਦਾ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਤੇ ਫਰਮਾਉਂਦੇ ਨੇ, ਓਂਕਾਰ ਹੈ ਸਤਨਾਮ ਆਦ ਜੁਗਾਦ ਸਭ ਸਤ, ਰਵਿਦਾਸ ਸਤ ਕਹਿ ਸਾਮ ਹੈ ਟਿਕਵੈ ਨਹੀਂ ਅਸਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਭਾਈ ਇੱਕ ਪ੍ਰਮਾਤਮਾ ਦਾ ਨਾਮ ਹੀ ਸੱਚ ਹੈ। ਪ੍ਰਮਾਤਮਾ ਦਾ ਨਾਮ ਹੀ ਸਤਨਾਮ ਹੈ, ਜੋ ਆਦ ਤੋਂ ਯੁਗਾ ਯੁਗਾਂਤਰਾਂ ਤੋਂ ਸਤ ਹੈ। ਉਸ ਸਤ ਪ੍ਰਭੂ ਦੇ ਸਾਹਮਣੇ ਸਾਧ ਸੰਗਤ ਜੀ ਅਸਤ ਨਹੀਂ ਜੇ ਟਿਕ ਸਕਦਾ। ਉਸ ਸਤ ਪ੍ਰਮਾਤਮਾ ਦੇ ਨਾਮ ਅੱਗੇ ਅਸਤ ਮਾਇਆ ਦਾ ਨਾਸ਼ ਹੋ ਜਾਂਦਾ ਹੈ। ਇੱਕ ਵਾਰ ਸੱਚ ਨੂੰ ਸਾਧ ਸੰਗਤ ਜੀ ਇਹ ਲੱਗਦਾ ਹੈ, ਜੋ ਵਿਅਕਤੀ ਸੱਚ ਦੇ ਰਾਹ ਤੇ ਚੱਲਦਾ ਹੈ, ਝੂਠ ਨੂੰ ਕੁਝ ਸਮੇਂ ਲਈ ਇਹ ਗੁਮਾਨ ਹੋ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ, ਮੈਂ ਪ੍ਰਮਾਤਮਾ ਤੋਂ ਵੀ ਵੱਡਾ ਹਾਂ। ਤੇ ਸਾਧ ਸੰਗਤ ਜੀ ਸੱਚ ਤੇ ਚੱਲਣ ਵਾਲੇ ਵਿਅਕਤੀ ਦੀ ਪ੍ਰੀਖਿਆ ਹੁੰਦੀ ਹੈ। ਬਹੁਤ ਸਾਰੇ ਜੀਵ ਨੇ, ਜਦੋਂ ਮੁਸੀਬਤ ਪੈਂਦੀ ਹੈ, ਜਦੋਂ ਝੂਠ ਦਾ ਬੋਲ ਬਾਲਾ ਹੁੰਦਾ ਹੈ, ਤਾਂ ਸਾਧ ਸੰਗਤ ਜੀ ਉਹ ਜੋ ਸੱਚ ਦਾ ਰਸਤਾ ਆ ਛੱਡ ਜਾਂਦੇ ਨੇ। ਪਰ ਉਹਨਾਂ ਨੂੰ ਇਹ ਨਹੀਂ ਜੇ ਪਤਾ ਹੁੰਦਾ ਕਿ ਭਾਈ ਪ੍ਰੀਖਿਆ ਜਿੰਨੀ ਵੱਡੀ ਹੋਵੇ ਉਪਲਬਧੀ ਵੀ ਉਨੀ ਵੱਡੀ ਹੁੰਦੀ ਹੈ। ਇਸ ਸੰਸਾਰ ਦੇ ਵਿੱਚ ਵੀ ਅਸੀਂ ਦੇਖਿਆ ਹੈ ਕਿ ਜੋ ਸਾਡੇ ਬੱਚੇ ਜਦੋਂ ਪੇਪਰਾਂ ਦੀ ਤਿਆਰੀ ਕਰਦੇ ਨੇ, ਵੱਡੇ ਵੱਡੇ ਅਹੁਦਿਆਂ ਦੀ ਤਿਆਰੀ ਕਰਦੇ ਨੇ, ਤਾਂ ਸਾਧ ਸੰਗਤ ਜੀ ਜਿੰਨੇ ਵੱਡੇ ਅਹੁਦੇ ਤੇ ਉਸਨੇ ਜਾਣਾ ਹੋਵੇ ਓਡੀ ਵੱਡੀ ਪ੍ਰੀਖਿਆ ਦਿੰਦੇ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਅੱਜ ਇਹੀ ਸਮਝਾ ਰਹੇ ਨੇ ਕਿ ਭਾਈ ਜੋ ਸੱਚ ਹੈ ਉਸ ਦੀ ਹਮੇਸ਼ਾ ਜਿੱਤ ਹੁੰਦੀ ਹੈ। ਪਰ ਕਈ ਵਾਰ ਕੀ ਹੁੰਦਾ, ਸਾਧ ਸੰਗਤ ਜੀ ਕੁਝ ਸਮੇਂ ਲਈ ਜੋ ਝੂਠ ਹੈ ਉਸ ਦਾ ਬੋਲਬਾਲਾ ਹੋ ਜਾਂਦਾ ਹੈ, ਤੇ ਐਸੇ ਸਮੇਂ ਦੌਰਾਨ ਸੱਚ ਦੀ ਪ੍ਰੀਖਿਆ ਹੁੰਦੀ ਹੈ। ਤੇ ਕਈ ਵਾਰ ਸੱਚ ਨੂੰ ਇਹ ਲੱਗਦਾ ਹੈ ਕਿ ਵੀ ਝੂਠ ਦਾ ਹੀ ਬੋਲਬਾਲਾ ਹੈ, ਇਹੀ ਸਭ ਕੁਝ ਹੈ। ਤੇ ਸਾਧ ਸੰਗਤ ਜੀ ਉਸ ਵੇਲੇ ਜੋ ਸਾਡੇ ਮਨ ਦੇ ਵਿੱਚ ਨਾ ਡੋਲਣਾ ਆ ਜਾਂਦਾ ਹੈ, ਮਨ ਡੋਲ ਜਾਂਦਾ ਹੈ। ਪਰ ਸਾਧ ਸੰਗਤ ਜੀ ਜੇ ਅਸੀਂ ਉਸ ਸਮੇਂ ਸੱਚ ਦਾ ਸਾਥ ਨਹੀਂ ਜੇ ਛੱਡਦੇ, ਜੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਅਸੀਂ ਜੁੜੇ ਰਹਿੰਦੇ ਆ, ਤਾਂ ਸਾਧ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਸਾਨੂੰ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ। ਓਂਕਾਰ ਹੈ ਸਤਨਾਮ ਆਦ ਜੁਗਾ ਸਭ ਸਤ, ਰਵਿਦਾਸ ਸਤ ਕਹਿ ਸਮ ਹੈ ਟਿਕਵੈ ਨਹੀਂ ਅਸਤ। ਇਹ ਜ਼ਰੂਰ ਹੈ ਸਾਧ ਸੰਗਤ ਜੀ ਕਿ ਕੁਝ ਸਮੇਂ ਲਈ ਸੱਚ ਦੇ ਸਾਹਮਣੇ ਝੂਠ ਖੜ ਜਾਂਦਾ ਹੈ, ਪਰ ਹਮੇਸ਼ਾ ਲਈ ਨਹੀਂ। ਇਸ ਲਈ ਸਾਧ ਸੰਗਤ ਜੀ ਜੇ ਅੱਜ ਸਾਡਾ ਮਨ ਡੋਲ ਜਾਵੇ ਤਾਂ ਸਾਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਤੇ, ਸਾਨੂੰ ਸਾਡੇ ਸਤਿਗੁਰਾਂ ਤੇ ਭਰੋਸਾ ਹੋਣਾ ਚਾਹੀਦਾ ਹੈ। ਜੋ ਲੋ ਘਟ ਮੈਂ ਪ੍ਰਾਣ ਹੈ ਤੋ ਲੋ ਜਪਿਓ ਸਤਨਾਮ, ਰਵਿਦਾਸ ਪਰਮ ਪਦ ਪਾਈਐ ਜਿਨ ਘਟ ਬਸਿਓ ਰਾਮ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਮਝਾਣਾ ਕਰਦੇ ਨੇ ਕਿ ਹੇ ਜੀਵ, ਜਦ ਤੱਕ ਤੇਰੇ ਸਰੀਰ ਦੇ ਵਿੱਚ ਪ੍ਰਾਣ ਹਨ ਤਦ ਤੱਕ ਤੂੰ ਸਤਨਾਮ ਦਾ ਜਾਪ ਕਰ। ਸਤਨਾਮ ਦਾ ਜਾਪ ਕਰਨ ਨਾਲ ਤੇਰੇ ਅੰਦਰ ਜੋ ਪ੍ਰਮਾਤਮਾ ਨਿਵਾਸ ਕਰਦਾ ਆ ਉਸ ਦੀ ਪ੍ਰਾਪਤੀ ਕਰਕੇ ਤੂੰ ਵੀ ਪਰਮ ਪਦਵੀ ਨੂੰ ਪ੍ਰਾਪਤ ਕਰ ਲਵੇਂਗਾ। ਇਹ ਸੱਚ ਹੈ ਸਾਧ ਸੰਗਤ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚਾ ਕੇ, ਦਿਖਾਵੇ ਵਾਲੀ ਭਗਤੀ ਤੋਂ ਬਚਾ ਕੇ ਸਾਨੂੰ ਸ਼ਬਦ ਦੇ ਨਾਲ ਜੋੜਦੇ ਨੇ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰ। ਸਿਮਰਨ ਕਰਨ ਦੇ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੋਵੇਗੀ। ਤੂੰ ਛੱਡ ਅਡੰਬਰਾਂ ਪਖੰਡਾਂ ਨੂੰ ਤੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੁੜ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਐ ਸੋ ਸਭ ਪਰਮ ਕਹਾਈ।
ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਤ ਈਸ਼ ਕਹੁ ਰੂਪ ਹੈ ਤਾ ਸਖਤ ਸਤ ਅਪਾਰ। ਰਵਿਦਾਸ ਸਤ ਕੋ ਧਾਰਣਾ ਦੇਹੀ ਪਾਪ ਨਿਵਾਰ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਾਨੂੰ ਸਮਝਾਣਾ ਕਰਦੇ ਨੇ ਕਿ ਭਾਈ ਸੱਚ ਤਾਂ ਪ੍ਰਭੂ ਦਾ ਹੀ ਰੂਪ ਹੈ। ਸੱਚ ਪ੍ਰਭੂ ਦਾ ਰੂਪ ਹੈ ਅਤੇ ਸੱਚ ਦੀ ਅਨੰਤ ਸ਼ਕਤੀ ਹੈ। ਸੱਚ ਨੂੰ ਧਾਰਨ ਕਰਨ ਦੇ ਨਾਲ ਸਾਧ ਸੰਗਤ ਜੀ ਸਾਰੇ ਜੋ ਪਾਪਾਂ ਦਾ, ਵਿਸ਼ੇ ਵਿਕਾਰਾਂ ਦਾ, ਸਾਡੇ ਮਨ ਦੇ ਵਿੱਚ ਜੋ ਦਵੈਸ਼ ਨੇ ਉਹ ਖਤਮ ਹੋ ਜਾਂਦੇ ਨੇ। ਸਤ ਸਕਤ ਸੋ ਹੋਤ ਹੈ ਸਭ ਪਾਪਨ ਕਾ ਨਾਸ਼। ਬਦਰਾ ਸਤ ਸੋ ਬੋਧ ਲੈ ਸਤ ਪਾਖੈ ਰਵਿਦਾਸ। ਸਾਧ ਸੰਗਤ ਜੀ ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰ ਰਹੇ ਨੇ ਕਿ ਭਾਈ ਸੱਚ ਦਾ ਰਸਤਾ, ਸੱਚ ਇੱਕ ਮਹਾਨ ਸ਼ਕਤੀ ਹੈ ਜੋ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦੀ ਹੈ। ਤੇ ਹੇ ਪ੍ਰਮਾਤਮਾ ਨੂੰ ਭੁੱਲੇ ਹੋਏ ਬਹਿਰੇ ਜੀਵ, ਤੂੰ ਸੱਚ ਦੀ ਪਹਿਚਾਣ ਕਰ। ਸੱਚ ਦੀ ਪਹਿਚਾਣ ਜਦੋਂ ਤੂੰ ਕਰੇਂਗਾ, ਸਤਿਗੁਰੂ ਜੀ ਫਰਮਾਉਂਦੇ ਭਾਈ ਤੈਨੂੰ ਸੱਚ ਤੇ ਝੂਠ ਦਾ ਪਤਾ ਲੱਗੇਗਾ ਕਿ ਕੀ ਅਡੰਬਰ ਪਖੰਡ ਹੈ, ਕੀ ਦਿਖਾਵੇ ਵਾਲੀ ਭਗਤੀ ਹੈ ਤੇ ਕੀ ਸੱਚ ਦਾ ਰਸਤਾ ਹੈ। ਉਸ ਪ੍ਰਭੂ ਨਾਲ ਜੁੜ ਅਤੇ ਗਿਆਨ ਪ੍ਰਾਪਤ ਕਰ ਲੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਮੈਂ ਸੱਤ ਕਹਿੰਦਾ ਹਾਂ, ਬਦਰਾ ਸਤ ਸੋ ਬੋਧ ਲੈ ਸਤ ਪਾਖੈ ਰਵਿਦਾਸ। ਕਿ ਭਾਈ ਮੈਂ ਸੱਚ ਕਹਿੰਦਾ ਹਾਂ। ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਸਾਧ ਸੰਗਤ ਜੀ, ਉਸੇ ਨੂੰ ਹੀ ਪਤਾ ਹੁੰਦਾ ਹੈ ਕੀ ਝੂਠ ਹੈ ਤੇ ਕੀ ਸੱਚ ਹੈ। ਜੋ ਜੀਵ ਸਿਰਫ ਦਿਖਾਵੇ ਵਾਲੀ ਭਗਤੀ, ਅਡੰਬਰਾ ਪਖੰਡਾਂ ਦੇ ਵਿੱਚ ਹੀ ਫਸੇ ਹੋਏ ਨੇ, ਉਹ ਸੱਚ ਦਾ ਅਨੁਭਵ ਕਿਵੇਂ ਦੱਸ ਸਕਦੇ ਨੇ। ਤੇ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਪਤਾ ਹੈ ਕਿ ਭਾਈ ਦਿਖਾਵੇ ਵਾਲੀ ਭਗਤੀ ਕੀ ਹੁੰਦੀ ਹੈ ਤੇ ਸੱਚ ਦਾ ਮਾਰਗ ਕੀ ਹੈ। ਰਵਿਦਾਸ ਸਤ ਇੱਕ ਨਾਮ ਹੈ ਆਦ ਅੰਤ ਸਚ ਨਾਮ। ਹਨਨ ਕਰੇ ਸਭ ਪਾਪ ਤਾਪ ਸਤ ਸੂਕਨ ਕਰ ਖਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ ਕਿ ਭਾਈ ਸਤ ਪ੍ਰਭੂ ਦਾ ਇੱਕ ਨਾਮ ਹੈ। ਆਦ ਤੋਂ ਅੰਤ ਤੱਕ ਸਤਨਾਮ ਹੈ। ਇਹ ਜੀਵਾਂ ਦੇ ਸਾਰੇ ਪਾਪਾਂ ਨੂੰ, ਤਿੰਨੇ ਤਾਪਾਂ ਨੂੰ ਨਸ਼ਟ ਕਰ ਦਿੰਦਾ ਹੈ, ਸੁੱਖਾਂ ਦੀ ਖਾਨ ਹੈ। ਤੇ ਸਾਧ ਸੰਗਤ ਜੀ ਜਦੋਂ ਜੀਵ ਸੱਚੇ ਸਤਿਗੁਰਾਂ ਦੇ ਨਾਲ ਜੁੜ ਕੇ ਹੱਥਾਂ ਦੇ ਨਾਲ ਕਿਰਤ ਕਮਾਈਆਂ ਕਰਦਾ, ਜੀਵਾਂ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਸ ਨੂੰ ਸਾਰੀ ਦੁਨੀਆ ਦਾ ਜੋ ਮਾਲਕ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਸਭ ਤੋਂ ਵੱਡਾ ਜੋ ਸੱਚ ਹੈ ਉਹ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਤੇ ਸਾਧ ਸੰਗਤ ਜੀ ਫਿਰ ਐਸਾ ਇਨਸਾਨ ਸੁੱਖਾਂ ਦੁੱਖਾਂ ਤੋਂ ਉੱਪਰ ਹੋ ਜਾਂਦਾ ਹੈ। ਉਸ ਨੂੰ ਦੁਨੀਆ ਦਾ ਉਹ ਸੁੱਖ ਮਿਲ ਜਾਂਦਾ ਹੈ ਜਿਸ ਦੇ ਲਈ ਵੱਡੇ ਵੱਡੇ ਰਿਸ਼ੀ ਮੁਨੀ ਤਪੱਸਿਆ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਰਹੇ। ਤੇ ਸੱਚੇ ਸਤਿਗੁਰਾਂ ਦੇ ਲੜ ਲੱਗ ਕੇ ਅਸੀਂ ਉਹ ਸੁੱਖ ਘਰ ਬੈਠੇ ਹੀ ਪ੍ਰਾਪਤ ਕਰ ਸਕਦੇ ਹਾਂ। ਜਿਨ ਨਰ ਸਤ ਤਿਆਗਿਆ ਤਿਨ ਜੀਵਤ ਮਿਰਤ ਸਮਾਨ। ਜਿਨ ਨਰ ਸਤ ਤਿਆਗਿਆ ਤਿਨ ਜੀਵਨ ਮਿਰਤ ਸਮਾਨ। ਰਵਿਦਾਸ ਸੋਈ ਜੀਵਨ ਭਲਾ ਜਹ ਸਤ ਜਹ ਸਭ ਸਤ ਪ੍ਰਦਾਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜਿਸ ਜੀਵ ਨੇ ਸੱਚ ਨੂੰ ਤਿਆਗਿਆ ਹੈ ਉਹ ਜਿਉਂਦੇ ਜੀ ਹੀ ਮਰੇ ਹੋਏ ਦੇ ਸਮਾਨ ਹੈ। ਉਸ ਜੀਵ ਦਾ ਹੀ ਜੀਵਨ ਸ੍ਰੇਸ਼ਟ ਹੈ ਸਾਧ ਸੰਗਤ ਜੀ, ਜੋ ਸੱਚ ਦੇ ਮਾਰਗ ਤੇ ਚੱਲਦਾ ਹੈ। ਸਭ ਪਾਸੇ ਸੱਚ ਨੂੰ ਪ੍ਰਮੁੱਖ ਮੰਨਦਾ ਹੋਇਆ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ, ਸੱਚ ਦੇ ਮਾਰਗ ਤੇ ਚੱਲਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਅਡੰਬਰਾ ਪਖੰਡਾਂ ਦੇ ਵਿੱਚ ਫਸੇ ਹੋਏ ਨੇ, ਜੋ ਮਾੜੇ ਕਰਮਾਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦਾ ਰਸਤਾ ਹੀ ਝੂਠਾ ਹੈ, ਲੋਕਾਂ ਦੇ ਨਾਲ ਠੱਗੀਆਂ ਕਰਨੀਆਂ, ਬੇਈਮਾਨੀਆਂ ਕਰਨੀਆਂ, ਨਸ਼ਿਆਂ ਦੇ ਵਿੱਚ ਫਸੇ ਹੋਣਾ, ਦੂਸਰੇ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਪਾਉਣਾ, ਸਾਧ ਸੰਗਤ ਜੀ ਬੇਈਮਾਨੀਆਂ ਕਰਨੀਆਂ। ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਮਰੇ ਹੋਏ ਜੀਵ ਨੇ। ਜਿਨ ਨਰ ਸਤ ਤਿਆਗਿਆ ਤਿਨ ਜੀਵਨ ਮਿਰਤ ਸਮਾਨ। ਕਿ ਭਾਈ ਜਿਨ੍ਹਾਂ ਨੇ ਸੱਚ ਨੂੰ ਇਨਕਾਰ ਕਰ ਦਿੱਤਾ ਆ, ਜੋ ਝੂਠ ਦੇ ਮਾਰਗ ਤੇ ਤੁਰੇ ਹੋਏ ਨੇ,
ਤੇ ਸਾਧ ਸੰਗਤ ਜੀ ਇਹਨੇ ਸਰੀਰਕ ਤੌਰ ਤੇ ਜ਼ਰੂਰ ਜਿੰਦਾ ਨੇ, ਪਰ ਮਾਨਸਿਕ ਤੌਰ ਤੇ ਸਾਧ ਸੰਗਤ ਜੀ ਐਸੇ ਜੋ ਇਨਸਾਨ ਨੇ ਉਹ ਮਰੇ ਹੋਏ ਨੇ। ਰਵਿਦਾਸ ਸਤ ਮਤ ਤਿਆਗੀਐ, ਜੋ ਲੋ ਘਟ ਮੈਂ ਪ੍ਰਾਣ। ਸਤ ਪ੍ਰਿਸ਼ਟ ਕਰ ਜਗਤ ਮੈਂ, ਸਦਾ ਹੋਤ ਅਪਮਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਜੀਵ, ਜਦ ਤੱਕ ਸਰੀਰ ਦੇ ਵਿੱਚ ਪ੍ਰਾਣ ਹਨ ਉਹਨਾਂ ਚਿਰ ਸਤ ਨੂੰ ਤਿਆਗਣਾ ਨਹੀਂ ਜੇ ਚਾਹੀਦਾ। ਸਤ ਨੂੰ ਤਿਆਗਣ ਵਾਲੇ ਜੀਵ ਦਾ ਹਮੇਸ਼ਾ ਹੀ ਸੰਸਾਰ ਦੇ ਵਿੱਚ ਅਪਮਾਨ ਹੁੰਦਾ ਆ। ਤੇ ਸੱਚ ਤੇ ਚੱਲਣ ਵਾਲੇ ਜੋ ਜੀਵ ਨੇ ਸਾਧ ਸੰਗਤ ਜੀ, ਜੋ ਸੱਚ ਦੇ ਮਾਰਗ ਤੇ ਚੱਲਦੇ ਨੇ, ਹਮੇਸ਼ਾ ਸੰਸਾਰ ਦੇ ਵਿੱਚ ਤੇ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸ ਦਾ ਜੋ ਸਨਮਾਨ ਹੁੰਦਾ ਹੈ। ਜੋ ਝੂਠ ਦੇ ਰਸਤੇ ਤੇ ਚੱਲਦੇ ਨੇ ਸਾਧ ਸੰਗਤ ਜੀ, ਕੁਝ ਸਮੇਂ ਲਈ ਉਹਨਾਂ ਨੂੰ ਲੱਗਦਾ ਆ ਕਿ ਭਾਈ ਝੂਠ ਦੇ ਰਸਤਾ ਵਰਗਾ ਤਾਂ ਕੋਈ ਰਸਤਾ ਹੀ ਨਹੀਂ ਹੈ, ਪਰ ਇਹ ਗਲਤ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਫਰਮਾਉਂਦੇ ਭਾਈ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਅੱਜ ਝੂਠ ਨੂੰ ਲੱਗਦਾ ਕਿ ਮੇਰੇ ਵਰਗਾ ਕੋਈ ਨਹੀਂ ਹੈ, ਪਰ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜੋ ਜੀਵ ਸੱਚ ਦੇ ਮਾਰਗ ਤੇ ਚੱਲਦਾ ਆ ਉਸੇ ਦਾ ਮਾਨ ਸਨਮਾਨ ਹੁੰਦਾ ਹੈ। ਅੱਜ ਅਸੀਂ ਨਮਸਕਾਰਾਂ ਕਰਦੇ ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਵਾਲਮੀਕ ਮਹਾਰਾਜ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ। ਕਿਉਂਕਿ ਸਾਧ ਸੰਗਤ ਜੀ ਸਭ ਜੀਵ ਉਸ ਪਰਮ ਪਿਤਾ ਪ੍ਰਮਾਤਮਾ ਦੇ ਦਿਖਾਏ ਰਸਤੇ ਤੇ ਚੱਲੇ। ਇਹ ਮਹਾਨ ਪੁਰਸ਼, ਇਹਨਾਂ ਸਾਰੇ ਮਹਾਨ ਪੁਰਸ਼ਾਂ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ, ਸੱਚ ਦੀਆਂ ਕਮਾਈਆਂ ਕੀਤੀਆਂ, ਆਪ ਇਸ ਭਵ ਸਾਗਰ ਤੋਂ ਪਾਰ ਹੋਏ ਸਾਧ ਸੰਗਤ ਜੀ, ਤੇ ਅਨੇਕਾਂ ਜੀਵਾਂ ਨੂੰ ਅੱਜ ਵੀ ਭਵ ਸਾਗਰ ਤੋਂ ਪਾਰ ਕਰ ਰਹੇ ਨੇ, ਸੱਚ ਦੇ ਨਾਲ ਜੋੜ ਰਹੇ ਨੇ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਝੂਠ ਦਾ ਰਸਤਾ ਛੱਡ ਕੇ ਅਸੀਂ ਸੱਚ ਦੇ ਰਸਤੇ ਤੇ ਆਈਏ। ਕਿਉਂਕਿ ਜੋ ਜੀਵ ਸੱਚ ਦਾ ਮਾਰਗ ਚੁਣਦਾ ਹੈ ਸਾਧ ਸੰਗਤ ਜੀ, ਉਸੇ ਦਾ ਹੀ ਮਾਣ ਸਤਿਕਾਰ ਹੁੰਦਾ ਹੈ। ਸਤ ਪ੍ਰਿਸ਼ਟ ਕਰ ਜਗਤ ਮੈਂ, ਸਦਾ ਹੋਤ ਅਪਮਾਨ। ਤੇ ਭਾਈ ਜੋ ਝੂਠ ਦੇ ਰਸਤੇ ਤੇ ਚੱਲਦੇ ਨੇ ਉਹਨਾਂ ਦਾ ਹਮੇਸ਼ਾ ਹੀ ਅਪਮਾਨ ਹੁੰਦਾ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਰਵਿਦਾਸ ਸਤ ਮਤ ਤਿਆਗੀ ਹੈ, ਜੋ ਲੋ ਘਟ ਮੈਂ ਪ੍ਰਾਣ। ਕਿ ਭਾਈ ਜਦੋਂ ਤੱਕ ਸਾਡੇ ਸਰੀਰ ਦੇ ਵਿੱਚ ਪ੍ਰਾਣ ਨੇ, ਸਾਨੂੰ ਸੱਚ ਦਾ ਮਾਰਗ ਕਦੇ ਵੀ ਨਹੀਂ ਛੱਡਣਾ ਚਾਹੀਦਾ। ਸਤ ਪ੍ਰਿਸ਼ਟ ਕਰ ਜਗਤ ਮੈਂ, ਸਦਾ ਹੋਤ ਅਪਮਾਨ। ਕਿਉਂਕਿ ਜੋ ਸੱਚ ਦਾ ਮਾਰਗ ਛੱਡ ਦਿੰਦਾ ਸਾਧ ਸੰਗਤ ਜੀ, ਬੇਈਮਾਨੀਆਂ, ਠੱਗੀਆਂ, ਦੂਸਰਿਆਂ ਨੂੰ ਧੋਖੇ ਦੇਣਾ, ਦੂਜਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਣਾ, ਜਿੰਨੇ ਵੀ ਮਾੜੇ ਕਰਮ ਨੇ ਉਹ ਕਰਦਾ ਆ ਸਾਧ ਸੰਗਤ ਜੀ। ਐਸਾ ਇਨਸਾਨ ਕਦੇ ਵੀ ਨਾ ਤਾਂ ਸੁਖੀ ਰਹਿੰਦਾ ਆ ਤੇ ਨਾ ਹੀ ਜਗਤ ਦੇ ਵਿੱਚ ਉਸ ਦਾ ਮਾਨ ਸਤਿਕਾਰ ਹੁੰਦਾ ਹੈ। ਇਹ ਜੋ ਸੰਸਾਰ ਹੈ ਮਾਨ ਸਤਿਕਾਰ ਉਸੇ ਦਾ ਹੀ ਕਰਦਾ ਹੈ ਸਾਧ ਸੰਗਤ ਜੀ, ਜੋ ਸੱਚ ਦੇ ਰਸਤੇ ਤੇ ਚੱਲਦੇ ਨੇ। ਕਾਇਮ ਦਾਇਮ ਰਾਮ ਇੱਕ, ਦੋਇਮ ਸਤ ਇਮਾਨ। ਰਵਿਦਾਸ ਰਾਮ ਔਰ ਸਤ ਬਿਨ, ਬਿਰਥਾ ਸਭ ਕੁਛ ਜਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਇੱਕ ਪ੍ਰਮਾਤਮਾ ਤੇ ਦੂਸਰਾ ਸੱਚ ਇਮਾਨ, ਇਹ ਹਮੇਸ਼ਾ ਰਹਿਣ ਵਾਲੇ ਨੇ। ਇੱਕ ਪ੍ਰਭੂ ਹੀ ਹਮੇਸ਼ਾ ਰਹਿਣ ਵਾਲਾ ਹੈ, ਦੂਸਰਾ ਸੱਚਾਈ ਅਤੇ ਈਮਾਨ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਭੂ ਅਤੇ ਸੱਚਾਈ ਤੋਂ ਬਿਨਾਂ ਸਭ ਕੁਝ ਵਿਅਰਥ ਹੈ। ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸੱਚ ਉਹ ਪਰਮ ਪਿਤਾ ਪ੍ਰਮਾਤਮਾ ਹੀ ਸੱਚ ਹੈ, ਤੇ ਉਹ ਪ੍ਰਮਾਤਮਾ ਜੋ ਸਾਡੇ ਅੰਦਰ ਬੈਠਾ, ਕਿਤੇ ਬਾਹਰ ਨਹੀਂ ਜੇ ਮਿਲਣਾ। ਇਹ ਵੀ ਸਾਧ ਸੰਗਤ ਜੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਪ੍ਰਮਾਤਮਾ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੱਲ ਕਰਦੇ ਨੇ, ਉਹ ਪਰਮ ਪਿਤਾ ਪ੍ਰਮਾਤਮਾ ਹਰ ਜੀਵ ਦੇ ਅੰਦਰ ਬੈਠਾ ਹੈ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਜਿਵੇਂ ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿ ਭਾਈ ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਆ। ਐਸਾ ਸੰਸਾਰ ਦੇ ਵਿੱਚ ਇੱਕ ਵੀ ਜੀਵ ਨਹੀਂ ਹੈ ਜਿਸ ਦੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਨਾ ਜੇ ਜਗਦੀ ਹੋਵੇ। ਪਰ ਲੋੜ ਹੈ ਸਾਨੂੰ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲਣ ਦੀ। ਜੋ ਸਤਿਗੁਰਾਂ ਨੇ ਸਾਨੂੰ ਸੋਹੰਗ ਸਤਨਾਮ ਦਾ ਜਾਪ ਦਿੱਤਾ ਹੈ ਸਾਧ ਸੰਗਤ ਜੀ, ਉਸ ਜਾਪ ਨੂੰ ਕਰਨ ਦੀ ਤੇ ਇਮਾਨਦਾਰੀ ਦੀ ਰੋਟੀ ਕਮਾਉਣ ਦੀ। ਰਵਿਦਾਸ ਸਤ ਕਰ ਆਸਰੈ, ਸਦਾ ਸਤ ਸੁਖ ਪਾਏ। ਸਤ ਈਮਾਨ ਕੈ ਛਾੜੀਐ, ਜਗ ਜਾਏ ਤੋ ਜਾਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਸੱਚੇ ਪ੍ਰਭੂ ਦੇ ਸਹਾਰੇ ਜੀਵ ਹਮੇਸ਼ਾ ਸੱਚਾ ਸੁਖ ਪਾਉਂਦਾ ਆ।
ਕਿ ਭਾਈ ਜੋ ਜੀਵ ਸੱਚ ਦੇ ਮਾਰਗ ਤੇ ਚੱਲਦਾ ਹੈ ਉਹੀ ਸੁਖੀ ਹੈ, ਤੇ ਜੀਵ ਨੂੰ ਸੱਚਾ ਈਮਾਨ ਨਹੀਂ ਜੇ ਛੱਡਣਾ ਚਾਹੀਦਾ। ਭਾਵੇਂ ਸਾਧ ਸੰਗਤ ਜੀ ਸਾਰਾ ਜੋ ਸੰਸਾਰ ਆ ਉਹ ਨਾਰਾਜ਼ ਹੋ ਜਾਵੇ, ਉਸ ਦਾ ਸਾਥ ਕਿਉਂ ਨਾ ਛੱਡ ਜਾਵੇ, ਪਰ ਜੀਵ ਨੂੰ ਸੱਚ ਦਾ ਮਾਰਗ ਕਦੇ ਨਹੀਂ ਜੇ ਛੱਡਣਾ ਚਾਹੀਦਾ। ਰਵਿਦਾਸ ਸਤ ਕਰ ਆਸਰੈ, ਸਦਾ ਸਤ ਸੁਖ ਪਾਏ, ਸਤ ਈਮਾਨ ਕੈ ਛਾੜੀਐ, ਜਗ ਜਾਏ ਤੋ ਜਾਏ। ਕਿ ਭਾਈ ਸਤ ਈਮਾਨ ਕਦੇ ਨਹੀਂ ਜੇ ਛੱਡਣਾ ਚਾਹੀਦਾ। ਅਗਰ ਇਹ ਸੰਸਾਰ ਸਾਡਾ ਸਾਥ ਛੱਡਦਾ ਹੈ ਤਾਂ ਸਾਧ ਸੰਗਤ ਜੀ ਸਾਨੂੰ ਪਰਵਾਹ ਨਹੀਂ ਜੇ ਕਰਨੀ ਚਾਹੀਦੀ। ਅਗਰ ਸਾਡੇ ਸੰਗੀ ਸਾਥੀ ਸਾਡਾ ਸਾਥ ਛੱਡਦੇ ਨੇ, ਸਤਿਗੁਰੂ ਜੀ ਫਰਮਾਉਂਦੇ ਭਾਈ ਪਰਵਾਹ ਨਹੀਂ ਜੇ ਕਰਨੀ ਚਾਹੀਦੀ। ਇਹ ਸੰਸਾਰ ਸਾਥ ਛੱਡ ਜਾਵੇ ਪਰ ਸਾਨੂੰ ਕਦੇ ਸੱਚ ਦਾ ਸੰਗ ਨਹੀਂ ਜੇ ਛੱਡਣਾ ਚਾਹੀਦਾ। ਕਿਉਂਕਿ ਸਾਧ ਸੰਗਤ ਜੀ ਜਦੋਂ ਜੀਵ ਸੱਚ ਦੇ ਰਸਤੇ ਤੇ ਚੱਲਦਾ ਹੈ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਵੱਡੀ ਵੱਡੀ ਪ੍ਰੀਖਿਆਵਾਂ ਆਉਂਦੀਆਂ ਨੇ ਤੇ ਕਈ ਵਾਰ ਤਾਂ ਮਨ ਡੋਲ ਜਾਂਦਾ ਹੈ। ਐਸੇ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਤੇ ਆਪਣੇ ਗੁਰੂ ਤੇ ਭਰੋਸਾ ਰੱਖ ਤੇ ਸੱਚ ਦੇ ਮਾਰਗ ਤੇ ਚੱਲ। ਰਵਿਦਾਸ ਸਤ ਮਤ ਛਾੜੀਐ, ਜੋ ਲੋ ਘਟ ਮੈਂ ਪ੍ਰਾਣ, ਦੂਸਰ ਕੋ ਧਰਮ ਨਹੀਂ, ਜਗ ਮੈਂ ਸਤ ਸਮਾਨ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੀਵ ਨੂੰ ਸੱਚ ਦਾ ਸਾਥ ਕਦੇ ਨਹੀਂ ਜੇ ਛੱਡਣਾ ਚਾਹੀਦਾ ਜਦੋਂ ਤੱਕ ਜੀਵ ਦੇ ਅੰਦਰ ਪ੍ਰਾਣ ਨੇ। ਕਿਉਂਕਿ ਸਾਧ ਸੰਗਤ ਜੀ ਸੱਚ ਤੋਂ ਬਿਨਾਂ ਸੰਸਾਰ ਦੇ ਵਿੱਚ ਕੋਈ ਦੂਸਰਾ ਧਰਮ ਹੈ ਹੀ ਨਹੀਂ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸੱਚ ਹੀ ਸਭ ਤੋਂ ਵੱਡਾ ਧਰਮ ਹੈ। ਰਵਿਦਾਸ ਸਤ ਮਤ ਛਾੜੀਐ, ਜੋ ਲੋ ਘਟ ਮੈਂ ਪ੍ਰਾਣ, ਦੂਸਰ ਕੋਈ ਧਰਮ ਨਹੀਂ, ਜਗ ਮੈਂ ਸਤ ਸਮਾਨ। ਅੰਤః ਕਰਣ ਅਨੁਭਵ ਕਰੈ, ਤੋ ਮਨ ਹੈ ਸਭ ਸਾਤ, ਰਵਿਦਾਸ ਨਿਜ ਅਨੁਭਵ ਮੈਂ, ਸਤ ਮੈਂ ਜਾਣੈ ਸਾਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਜੀਵ ਆਪਣੇ ਅੰਦਰ ਝਾਕਦਾ ਆ, ਆਪਣੇ ਅੰਤःਕਰਣ ਵਿੱਚ ਪ੍ਰਮਾਤਮਾ ਦਾ ਅਨੁਭਵ ਕਰਦਾ ਆ, ਤਾਂ ਮਨੁੱਖ ਨੂੰ ਪਰਮ ਸਤ ਗਿਆਨ ਹੁੰਦਾ ਹੈ। ਤੇ ਸੱਚੇ ਸਾਧ ਸੰਗਤ ਜੀ ਜਦੋਂ ਜੀਵ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਆ, ਹੱਥਾਂ ਨਾਲ ਕਿਰਤ ਕਮਾਈਆਂ ਕਰਦਾ, ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਤਾਂ ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਸਰੀਰ ਦੇ ਵਿੱਚੋਂ ਹੀ ਮਿਲ ਜਾਂਦਾ ਹੈ। ਕਿਉਂਕਿ ਸਾਧ ਸੰਗਤ ਜੀ ਸਤਿਗੁਰਾਂ ਦਾ ਫਰਮਾਨ ਹੈ, ਤੇਰੇ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਕਾਸ ਫਿਰੈ। ਕਿ ਹੇ ਜੀਵ, ਹਿਰਨ ਦੇ ਅੰਦਰੋਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ ਸਾਧ ਸੰਗਤ ਜੀ, ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ ਖੁਸ਼ਬੂ ਉਸ ਦੇ ਅੰਦਰੋਂ ਆ ਰਹੀ ਹੈ। ਉਹ ਉਸ ਖੁਸ਼ਬੂ ਨੂੰ ਲੱਭਣ ਵਾਸਤੇ ਕਦੇ ਇਸ ਪਾਸੇ ਵੱਲ ਦੌੜਦਾ ਆ, ਕਦੇ ਦੂਸਰੇ ਪਾਸੇ ਵੱਲ ਦੌੜਦਾ ਹੈ, ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ ਜੋ ਖੁਸ਼ਬੂ ਉਸ ਦੇ ਅੰਦਰੋਂ ਆ ਰਹੀ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਇਹੀ ਹਾਲਤ ਇਸ ਇਨਸਾਨ ਦੀ ਹੈ। ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾ ਆ, ਤੇ ਇਹ ਪ੍ਰਮਾਤਮਾ ਨੂੰ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਤੀਰਥ ਸਥਾਨਾਂ ਤੇ, ਧਾਰਮਿਕ ਸਥਾਨਾਂ ਤੇ ਲੱਭਦਾ ਫਿਰਦਾ ਹੈ। ਇਸ ਲਈ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ, ਸਭ ਕੁਝ ਘਰ ਮੈਂ ਬਾਹਰ ਨਾਹੀਂ, ਬਾਹਰ ਢੋਲੇ ਸੋ ਭਰਮ ਭੁਲਾਈ। ਕਿ ਭਾਈ ਜੋ ਕੁਝ ਹੈ ਉਹ ਸਾਡੇ ਘਰ ਦੇ ਵਿੱਚ ਹੀ ਹੈ, ਸਾਡੇ ਸਰੀਰ ਦੇ ਵਿੱਚ ਹੈ। ਜਦੋਂ ਵੀ ਸਾਨੂੰ ਪ੍ਰਾਪਤੀ ਹੋਣੀ ਹੈ ਸਾਨੂੰ ਆਪਣੇ ਅੰਦਰੋਂ ਹੀ ਹੋਣੀ ਹੈ, ਬਾਹਰ ਕੁਝ ਨਹੀਂ ਜੇ ਮਿਲਣਾ। ਸਭ ਕੁਝ ਕਰ ਮੈਂ ਬਾਹਰ ਨਾਹੀਂ, ਬਾਹਰ ਢੋਲੇ ਸੋ ਭਰਮ ਭੁਲਾਈ। ਜੈ ਕਾਰਨ ਤੜ ਤੀਰਥ ਜਾਈ, ਰਤਨ ਪਦਾਰਥ ਕਟ ਹੀ ਮਾਈ। ਕਿ ਭਾਈ ਜਿਸ ਪ੍ਰਮਾਤਮਾ ਨੂੰ ਲੱਭਣ ਵਾਸਤੇ ਅਸੀਂ ਤੀਰਥਾਂ ਤੇ ਜਾਂਦੇ ਹਾਂ ਸਾਧ ਸੰਗਤ ਜੀ, ਉਹ ਸਾਰੀ ਦੁਨੀਆ ਦਾ ਮਾਲਕ ਤਾਂ ਸਾਡੇ ਅੰਦਰ ਬੈਠਾ ਆ। ਜਹ ਅੰਧ ਵਿਸ਼ਵਾਸ ਹੈ, ਸਤ ਪਰਖ ਤੈ ਨਾਇ, ਰਵਿਦਾਸ ਸਤ ਸੋਈ ਜਾਣੀਐ, ਜੋ ਅਨੁਭਵ ਹੋਏ ਮਨ ਮਾਹੇ। ਸਾਧ ਸੰਗਤ ਜੀ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਜਿਸ ਜੀਵ ਦੇ ਮਨ ਦੇ ਵਿੱਚ ਅੰਧ ਵਿਸ਼ਵਾਸ ਹੋਵੇ, ਉਹ ਸੱਚ ਦੀ ਪਰਖ ਨਹੀਂ ਜੇ ਕਰ ਸਕਦਾ। ਸਾਧ ਸੰਗਤ ਜੀ ਜੋ ਜੀਵ ਅੰਧ ਵਿਸ਼ਵਾਸਾਂ ਦੇ ਵਿੱਚ ਫਸਿਆ ਹੋਇਆ ਆ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਫਸਿਆ ਹੋਇਆ ਆ, ਐਸਾ ਜੀਵ ਸੱਚ ਦੀ ਪਰਖ ਨਹੀਂ ਜੇ ਕਰ ਸਕਦਾ। ਸੱਚ ਦੀ ਪਰਖ ਤਾਂ ਸਾਧ ਸੰਗਤ ਜੀ ਉਹੀ ਕਰ ਸਕਦਾ ਆ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ। ਤੇ ਜਿਸ ਜੀਵ ਦੇ ਮਨ ਦੇ ਵਿੱਚ ਅੰਧ ਵਿਸ਼ਵਾਸ ਹੈ ਸਾਧ ਸੰਗਤ ਜੀ, ਉਹ ਕਰਮ ਕਾਂਡਾਂ ਦੇ ਵਿੱਚ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਫਸਿਆ ਰਹਿੰਦਾ ਹੈ। ਤੇ ਐਸਾ ਜੀਵ ਸੱਚ ਦਾ ਅਨੁਭਵ ਨਹੀਂ ਜੇ ਕਰ ਸਕਦਾ।
ਤੇ ਸਾਧ ਸੰਗਤ ਜੀ, ਜਿਸਨੇ ਸੱਚ ਨੂੰ ਅਨੁਭਵ ਕੀਤਾ ਹੋਵੇ ਨਾ, ਜਿਸਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ, ਐਸਾ ਹੀ ਇਨਸਾਨ ਸੱਚ ਨੂੰ ਦੱਸ ਸਕਦਾ ਆ। ਤੇ ਸਾਧ ਸੰਗਤ ਜੀ, ਅਡੰਬਰਾਂ ਪਖੰਡਾਂ ਦੇ ਵਿੱਚ ਅੰਧ ਵਿਸ਼ਵਾਸੀ ਜੀਵ ਕਦੇ ਵੀ ਸੱਚ ਬਾਰੇ ਨਹੀਂ ਜੇ ਦੱਸ ਸਕਦਾ। ਜਿਸਨੇ ਕਦੇ ਸੂਰਜ ਦੀ ਰੋਸ਼ਨੀ ਦੇਖੀ ਨਹੀਂ, ਜਿਸਨੇ ਕਦੇ ਸੂਰਜ ਦੀ ਰੋਸ਼ਨੀ ਨੂੰ ਅਨੁਭਵ ਨਹੀਂ ਜੇ ਕੀਤਾ, ਗਿਆਨ ਦੀ ਰੋਸ਼ਨੀ, ਤੇ ਜਿਸਨੇ ਕਦੇ ਗਿਆਨ ਨਾ ਤਾਂ ਅਨੁਭਵ ਕੀਤਾ, ਨਾ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਹੈ, ਸਾਧ ਸੰਗਤ ਜੀ, ਐਸਾ ਜੀਵ ਅਡੰਬਰਾਂ ਪਖੰਡਾਂ ਦੇ ਵਿੱਚ, ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਦੇ ਵਿੱਚ ਫਸਿਆ ਰਹਿੰਦਾ ਆ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਕਿ ਹੇ ਜੀਵ, ਕਿਉਂ ਤੂੰ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ? ਉੱਠ ਤੇ ਸੱਚ ਦੇ ਮਾਰਗ ਤੇ ਚੱਲ। ਜੋ ਨਰ ਸਤ ਨ ਪਾਖਈ, ਔਰ ਕਰੈ ਵਿਸ਼ਵਾਸ ਘਾਤ, ਤਿਨਹੀ ਹੂੰ ਸੋ ਕਬੂ ਭੂਲੈ, ਰਵਿਦਾਸ ਨ ਕੀਜੈ ਬਾਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ, ਜੋ ਜੀਵ ਸੱਚ ਨਹੀਂ ਜੇ ਬੋਲਦੇ, ਦੂਸਰਿਆਂ ਨਾਲ ਵਿਸ਼ਵਾਸਘਾਤ ਕਰਦੇ ਨੇ, ਐਸੇ ਵਿਸ਼ਵਾਸਘਾਤੀ ਜੀਵ ਦੇ ਨਾਲ ਸਾਨੂੰ ਕਦੇ ਵੀ ਬੋਲਣਾ ਨਹੀਂ ਜੇ ਚਾਹੀਦਾ। ਜਦੋਂ ਵੀ ਸਾਨੂੰ ਕੋਈ ਸਾਧ ਸੰਗਤ ਜੀ, ਸੰਤ ਮਿਲੇ, ਸੱਚ ਦੇ ਮਾਰਗ ਤੇ ਚੱਲਣ ਵਾਲਾ ਜੀਵ ਮਿਲੇ, ਉਸਦੇ ਕੋਲ ਬੈਠਣਾ ਚਾਹੀਦਾ ਹੈ, ਉਸਦੇ ਵਚਨ ਸੁਣਨੇ ਚਾਹੀਦੇ ਨੇ। ਤੇ ਜਦੋਂ ਸਾਨੂੰ ਕੋਈ ਖੋਟੇ ਕਰਮ ਵਾਲਾ ਜੀ ਮਿਲ ਜਾਂਦਾ ਹੈ, ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ, ਭਾਈ, ਉਸ ਤੋਂ ਸਾਨੂੰ ਥੋੜਾ ਦੂਰ ਹੀ ਰਹਿਣਾ ਚਾਹੀਦਾ ਹੈ। ਤੇ ਐਸੇ ਇਨਸਾਨ ਲਈ ਵੀ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਉਸ ਨੂੰ ਵੀ ਸਤ ਬੁੱਧੀ ਬਖਸ਼ੇ। ਜੋ ਨਾਹੀ ਥਾ ਸ੍ਰਿਸ਼ਟ ਮੈਂ, ਸੋ ਹੋਏ ਨਾਏ, ਰਵਿਦਾਸ ਇਸ਼ਟ ਸਰਵਤ ਹੈ, ਰਹਿ ਸ੍ਰਿਸ਼ਟੀ ਮਾਹੇ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ, ਪ੍ਰਮਾਤਮਾ ਸ੍ਰਿਸ਼ਟੀ ਦੇ ਆਰੰਭ ਦੇ ਵਿੱਚ ਵੀ ਸੀ ਸਾਧ ਸੰਗਤ ਜੀ, ਤੇ ਹੁਣ ਵੀ ਹੈ। ਤੇ ਜੇ ਪ੍ਰਮਾਤਮਾ ਸ੍ਰਿਸ਼ਟੀ ਦੇ ਆਰੰਭ ਵਿੱਚ ਨਹੀਂ ਸੀ ਤਾਂ ਹੁਣ ਵੀ ਨਹੀਂ ਹੈ। ਪਰ ਸਾਧ ਸੰਗਤ ਜੀ, ਇਹ ਸਾਰੀ ਸ੍ਰਿਸ਼ਟੀ ਉਸ ਦੀ ਰਚੀ ਹੋਈ, ਉਹ ਪਹਿਲਾਂ ਵੀ ਸੀ ਤੇ ਹੁਣ ਵੀ ਹੈ। ਉਹ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀ ਤੇ ਹੁਣ ਵਰਤਮਾਨ ਦੇ ਵਿੱਚ ਵੀ ਹੈ। ਉਹ ਹਰ ਜੀਵ ਦੇ ਵਿੱਚ ਬੈਠਾ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਵਿਰਾਜਮਾਨ ਹੈ। ਰਵਿਦਾਸ ਮਦਰਾ ਕਾ ਪੀਜੀਐ, ਜੋ ਚੜੇ ਚੜੇ ਉਤਰਾਏ, ਨਾਮ ਮਹਾਰਸ ਪੀਜੀਐ, ਜੋ ਚੜੇ ਨਹੀਂ ਉਤਰਾਏ। ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਨਸ਼ਿਆਂ ਤੋਂ, ਸਾਨੂੰ ਸੰਸਾਰਿਕ ਨਸ਼ਿਆਂ ਤੋਂ ਦੂਰ ਕਰਕੇ ਸੱਚ ਦੇ ਨਾਲ ਜੋੜ ਰਹੇ ਨੇ। ਤੇ ਫਰਮਾਉਂਦੇ ਨੇ ਕਿ ਭਾਈ, ਸਾਡੇ ਬਹੁਤ ਸਾਰੇ ਜੋ ਜੀਵ ਨੇ ਸਾਧ ਸੰਗਤ ਜੀ, ਉਹਨਾਂ ਨੇ ਨਸ਼ੇ ਕਰਕੇ ਆਪਣਾ ਜੋ ਜੀਵਨ ਹੈ ਬਰਬਾਦ ਕੀਤਾ ਹੈ। ਇਹ ਸੰਸਾਰ ਦੀ ਇੱਕ ਸੱਚਾਈ ਹੈ ਕਿ ਬਹੁਤ ਸਾਰੇ ਬੱਚਿਆਂ ਦਾ ਜੋ ਭਵਿੱਖ ਹੈ, ਉਹ ਸ਼ਰਾਬ ਦੇ ਨਸ਼ੇ ਨੇ ਸਾਧ ਸੰਗਤ ਜੀ ਬਰਬਾਦ ਕੀਤਾ ਹੈ। ਬਹੁਤ ਸਾਰੇ ਘਰ ਨੇ ਜੋ ਸ਼ਰਾਬ ਨੇ, ਨਸ਼ਿਆਂ ਨੇ ਤਬਾਹ ਕੀਤੇ ਨੇ, ਬਰਬਾਦ ਕੀਤੇ ਨੇ ਬਹੁਤ ਸਾਰੇ ਬੱਚਿਆਂ ਦਾ ਭਵਿੱਖ। ਤੇ ਜੋ ਜੀਵ ਨਸ਼ਾ ਕਰ ਰਿਹਾ ਹੈ, ਉਸ ਦਾ ਆਪਣਾ ਭਵਿੱਖ ਅੰਧਕਾਰ ਦੇ ਵਿੱਚ। ਸਾਧ ਸੰਗਤ ਜੀ, ਇਹ ਜੋ ਜੀਵਨ ਹੈ ਬੜਾ ਬੜਮੁੱਲਾ ਜੀਵਨ ਹੈ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਦੁਰਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਪ ਤਬ ਵਿਵੇਕ। ਸਤਿਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ, ਉਸ ਪ੍ਰਮਾਤਮਾ ਦੀ ਵੱਡੀ ਕਿਰਪਾ ਹੋਈ ਹੈ ਜੋ ਸਾਨੂੰ ਇਹ ਸਰੀਰ ਮਿਲਿਆ ਹੈ। ਵੱਡ ਕਰਮਾਂ ਦੇ ਨਾਲ ਸਾਨੂੰ ਇਹ ਸਰੀਰ ਮਿਲਿਆ ਆ। ਪਰ ਇਹ ਸਾਧ ਸੰਗਤ ਜੀ, ਜੋ ਅੱਜ ਦਾ ਇਨਸਾਨ ਨਸ਼ੇ ਕਰਕੇ, ਸ਼ਰਾਬਾਂ ਪੀ ਕੇ, ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਕੇ ਆਪਣੇ ਸਰੀਰ ਦਾ ਜੋ ਨਾਸ਼ ਕਰ ਰਿਹਾ ਹੈ, ਇਕੱਲੇ ਸਰੀਰ ਦਾ ਨਾਸ਼ ਨਹੀਂ ਜੇ ਕਰ ਰਿਹਾ, ਇਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਹੈ। ਇਹ ਆਪਣੇ ਆਪ ਦੇ ਭਵਿੱਖ ਨੂੰ, ਆਪਣੇ ਪਰਿਵਾਰ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਆ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਰਵਿਦਾਸ ਮਦਰਾ ਕਾ ਪੀਜੀਐ, ਜੋ ਚੜੇ ਚੜੇ ਉਤਰਾਏ, ਨਾਮ ਮਹਾਰਸ ਪੀਜੀਐ, ਜੋ ਚੜੇ ਨਹੀਂ ਉਤਰਾਏ।
ਕਿ ਭਾਈ ਸ਼ਰਾਬ ਦਾ ਕੀ ਨਸ਼ਾ ਕਰਨਾ, ਜੋ ਇੱਕ ਵਾਰ ਚੜਦਾ ਹੈ ਸਾਧ ਸੰਗਤ ਜੀ ਬਾਅਦ ਚ ਉਤਰ ਜਾਂਦਾ ਆ, ਉਸਨੂੰ ਨਸ਼ਾ ਕਰਨ ਵਾਸਤੇ ਬਾਰ-ਬਾਰ ਪੀਣਾ ਪੈਂਦਾ ਆ। ਜੇ ਭਾਈ ਨਸ਼ਾ ਕਰਨਾ ਹੀ ਹੈ ਤਾਂ ਗਿਆਨ ਦਾ ਨਸ਼ਾ ਕਰ, ਉਸ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕਰ। ਜੋ ਇੱਕ ਵਾਰ ਚੜ ਜਾਏ ਸਾਧ ਸੰਗਤ ਜੀ ਕਦੇ ਨਹੀਂ ਉਤਰਦਾ, ਤੇ ਜਿਸ ਨੂੰ ਵੀ ਪ੍ਰਮਾਤਮਾ ਦੇ ਨਾਮ ਦਾ ਗਿਆਨ ਦਾ ਨਸ਼ਾ ਹੁੰਦਾ ਆ, ਉਸ ਦਾ ਜੋ ਜੀਵਨ ਹੈ ਉਹ ਸਫਲ ਹੋ ਜਾਂਦਾ, ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦਾ ਆ। ਅੰਤਰਮੁਖੀ ਪਈ ਜੋ ਕਰੈ ਸਤ ਨਾਮ ਕਰ ਜਾਪ, ਰਵਿਦਾਸ ਤੀਨੋ ਸੋ ਭਜੋ ਭਾਗੈ ਤੀਨੋ ਤਾਪ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਜੀਵ ਅੰਤਰਮੁਖੀ ਹੋ ਕੇ ਆਪਣੇ ਮਨ ਦੇ ਅੰਦਰ ਸਤਿਨਾਮ ਦਾ ਜਾਪ ਕਰਦਾ ਆ, ਉਸ ਕੋਲ ਸੰਸਾਰ ਦੇ ਤਿੰਨੋਂ ਤਾਪ ਆਦ ਵਿਆਦ ਤੇ ਉਪਾਦ ਚਲੇ ਜਾਂਦੇ ਨੇ। ਤੇ ਸਾਧ ਸੰਗਤ ਜੀ ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਏ ਜਗ ਦੁਖ ਕੀ ਖੇਤਰੀ, ਏ ਜਾਣਤ ਸਭ ਕੋਏ, ਗਿਆਨੀ ਕਾਟੈ ਹਰਿ ਨਾਮ ਸੋ ਮੂਰਖ ਕਾਟੈ ਰੋਏ। ਕਿ ਭਾਈ ਜਦੋਂ ਅਸੀਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੁੜਦੇ ਆਂ, ਭਜਨ ਬੰਦਗੀ ਕਰਦੇ ਆਂ, ਸੋਹੰਗ ਸਤਨਾਮ ਦਾ ਜਾਪ ਕਰਦੇ ਆਂ, ਫਿਰ ਕਿੱਡਾ ਵੀ ਦੁੱਖ ਆਵੇ ਸਾਧ ਸੰਗਤ ਜੀ, ਕਿਉਂਕਿ ਇਸ ਦੇ ਮਨ ਦੇ ਵਿੱਚ ਹਮੇਸ਼ਾ ਹੀ ਖੁਸ਼ੀ ਬਣੀ ਰਹਿੰਦੀ ਹੈ, ਇੱਕ ਆਨੰਦ ਬਣਿਆ ਰਹਿੰਦਾ ਆ। ਉਹ ਆਨੰਦ ਜੋ ਪ੍ਰਮਾਤਮਾ ਦੇ ਪਿਆਰੇ ਜਾਣ ਸਕਦੇ ਨੇ। ਈੜਾ ਪਿੰਗਲਾ ਸੁਖ ਮਨਾ, ਬਿਰਧ ਚੱਕਰ ਪ੍ਰਾਣਾਯਾਮ, ਰਵਿਦਾਸ ਹੋ ਸਭ ਹੀ ਛਾੜਿਓ, ਜਬ ਪਾਇਓ ਸਤਨਾਮ। ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਜਿਹੜਾ ਜੀਵ ਈੜਾ ਪਿੰਗਲਾ ਸੁਖਮਨਾ ਨਾੜੀਆਂ ਅਤੇ ਪ੍ਰਾਣਾਯਾਮ ਦੁਆਰਾ ਵਿਧੀ ਚੱਕਰਾਂ ਦੇ ਫੇਰ ਨੂੰ ਛੱਡ ਕੇ ਸਤਨਾਮ ਦਾ ਸਿਮਰਨ ਕਰਦਾ ਆ, ਤੇ ਸਾਧ ਸੰਗਤ ਜੀ ਉੱਥੇ ਧਿਆਨ ਟਿਕਾਉਂਦਾ ਜਿੱਥੇ ਇਹਨਾਂ ਤਿੰਨਾਂ ਦਾ ਸੰਗਮ ਹੁੰਦਾ ਹੈ, ਈੜਾ ਪਿੰਗਲਾ ਸੁਖਮਨਾ ਨਾੜੀ ਜਾਂ ਮੈਂ ਚਿਤਨਾ ਤਰੈ, ਤੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਸਾਧ ਸੰਗਤ ਜੀ ਉਸ ਨੂੰ ਆਪਣੇ ਅੰਦਰੋਂ ਹੀ ਸਤਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਕ ਚਿੰਤਾ ਸਤਨਾਮ ਕੀ ਦਰਸਾਏ ਪਰਮ ਤਾਤ, ਸਹਿਜ ਪਰਮ ਭਗਤ ਪਈ, ਰਵਿਦਾਸ ਪਾਏ ਬ੍ਰਹਮ ਸਾਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਮੈਨੂੰ ਚਿੰਤਾ ਕੇਵਲ ਇੱਕ ਸਤਨਾਮ ਦੇ ਸਿਮਰਨ ਦੀ ਹੈ, ਜੋ ਪਰਮ ਤਤ ਪ੍ਰਭੂ ਨਾਲ ਮਿਲਾਉਂਦੀ ਹੈ। ਐਸੀ ਸਹਿਜ ਅਵਸਥਾ ਰੂਪੀ ਭਗਤੀ ਨੂੰ ਪ੍ਰਾਪਤ ਕਰਕੇ ਮੈਨੂੰ ਪਾਰਮ ਬ੍ਰਹਮ ਦੀ ਪ੍ਰਾਪਤੀ ਹੋਣੀ ਹੈ। ਮੈਂ ਨਾ ਤਾਂ ਸੰਸਾਰ ਦੀ ਚਿੰਤਾ ਕਰਦਾ ਹਾਂ, ਨਾ ਝੂਠ ਦੀ ਚਿੰਤਾ, ਨਾ ਮੈਨੂੰ ਵਿਸ਼ੇ ਵਿਕਾਰਾਂ ਦੀ ਚਿੰਤਾ ਹੈ। ਮੈਨੂੰ ਚਿੰਤਾ ਹੈ ਤਾਂ ਸਿਰਫ ਸੱਚ ਦੀ ਚਿੰਤਾ ਹੈ। ਰਵਿਦਾਸ ਅਰਾਧੂ ਦੇਵ ਕੋ ਇਕ ਮਨ ਹੋਏ ਤਰ ਧਿਆਨ, ਆ ਜਪਾ ਜਾਪ ਜਪਤ ਰਹੋ ਸਤਨਾਮ ਸਤਨਾਮ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਮਝਾਣਾ ਕਰਦੇ ਨੇ ਕਿ ਭਾਈ ਹੈ ਜੀਵ, ਪ੍ਰਮਾਤਮਾ ਦੀ ਆਰਾਧਨਾ ਕਰ, ਇਕਾਗਰ ਚਿੱਤ ਹੋ ਕੇ ਉਸ ਦਾ ਧਿਆਨ ਧਰ। ਉਸ ਪ੍ਰਮਾਤਮਾ ਦੇ ਸਤਨਾਮ ਦਾ ਸਿਮਰਨ ਕਰਨ ਨਾਲ ਤੇਰੇ ਅੰਦਰ ਆ ਜਪਾ ਜਾਪ ਭਾਵ ਸਤਨਾਮ ਦਾ ਜਾਪ ਆਪਣੇ ਆਪ ਚੱਲ ਪਵੇਗਾ, ਤੇ ਸਾਧ ਸੰਗਤ ਜੀ ਉਸ ਦੀ ਜੋ ਧੁਨ ਹੈ ਉਹ ਆਪਣੇ ਆਪ ਚੱਲਦੀ ਰਹੇਗੀ। ਰਵਿਦਾਸ ਆਰਾਧੂ ਦੇਵ ਕੋ ਇੱਕ ਮਨ ਹੋਏ ਤਰ ਧਿਆਨ, ਕਿ ਭਾਈ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਇੱਕ ਚਿੱਤ ਹੋ ਕੇ ਜੁੜ। ਛੱਡ ਵਿਸ਼ੇ ਵਿਕਾਰ, ਨਸ਼ੇ, ਵਹਿਮ ਭਰਮ, ਅਡੰਬਰ ਸਭ ਨੂੰ ਛੱਡ। ਤੋੜੂ ਨਾ ਪਾਤੀ ਪੂਜੂ ਨਾ ਦੇਵਾ, ਸਹਿਜ ਸਮਾਜ ਕਰੂ ਹਰ ਸੇਵਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਨਾ ਮੈਂ ਫੁੱਲ ਪੱਤੇ ਫਲ ਤੋੜ ਕੇ ਪ੍ਰਮਾਤਮਾ ਨੂੰ ਚੜਾਉਂਦਾ ਹਾਂ ਪ੍ਰਮਾਤਮਾ ਦੀ ਮੂਰਤੀ ਅੱਗੇ, ਸਗੋਂ ਭਾਈ ਮੈਂ ਤਾਂ ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਜੁੜਦਾ ਹਾਂ। ਤੋੜੂ ਨਾ ਪਾਤੀ ਪੂਜੂ ਨਾ ਦੇਵਾ, ਸਹਿਜ ਸਮਾਜ ਕਰੂ ਹਰ ਸੇਵਾ। ਆਪਣੇ ਅੰਦਰੋਂ ਸਿਮਰਨ ਕਰਕੇ, ਹੱਥਾਂ ਨਾਲ ਕਿਰਤ ਕਮਾਈਆਂ ਕਰਕੇ, ਉਸ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਦੇ ਨਾਲ ਮੈਂ ਜੁੜ ਜਾਂਦਾ। ਜਾ ਦੇ ਕਿਆ ਗਿਨ ਉਪਜੈ, ਨਰਕ ਕੁੰਡ ਮੈਂ ਬਾਸ, ਪ੍ਰਭ ਭਗਤੀ ਸੋ ਉਦਰੈ, ਪ੍ਰਗਟਤ ਜਨ ਰਵਿਦਾਸ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਮਝਾਣਾ ਕਰਦੇ ਨੇ, ਫਰਮਾਉਂਦੇ ਨੇ ਕਿ ਭਾਈ ਜੋ ਜੀਵ ਦੇ ਖੋਟੇ ਕਰਮਾਂ ਨੂੰ ਵੇਖਣ ਨਾਲ ਹੀ ਨਫ਼ਰਤ ਪੈਦਾ ਹੁੰਦੀ ਹੈ, ਉਸ ਜੀਵ ਦਾ ਨਰਕ ਕੁੰਡ ਵਿੱਚ ਨਿਵਾਸ ਹੁੰਦਾ ਹੈ। ਪਰ ਭਾਈ ਪ੍ਰਮਾਤਮਾ ਦੀ ਭਗਤੀ ਖੋਟੇ ਕਰਮਾਂ ਦਾ ਨਾਸ਼ ਕਰ ਦਿੰਦੀ ਹੈ।
ਤੇ ਸੱਚੇ ਸਾਧ ਸੰਗਤ ਜੀ, ਜੇਕਰ ਕਿਸੇ ਵੀ ਮਾੜੇ ਕਰਮ ਨੂੰ ਕਰਨ ਵਾਲਾ ਜੀਵ ਮਨ ਦੇ ਵਿੱਚ ਸੱਚੇ ਮਨ ਦੇ ਨਾਲ ਪਛਤਾਵਾ ਲੈ ਕੇ ਸਤਿਗੁਰਾਂ ਦੀ, ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦਾ ਆ, ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਬਖਸ਼ ਦਿੰਦਾ ਹੈ। ਜੋ ਪੇ ਹਮਨਾ ਪਾਪ ਕਰੰਤਾ ਇਹ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਕਿ ਭਾਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਚਾਹੇ ਕਿੰਨੇ ਵੀ ਮਾੜੇ ਕਰਮ ਕੀਤੇ ਹੋਣ, ਜਦੋਂ ਭਾਈ ਮਨ ਦੇ ਵਿੱਚ ਪਛਤਾਵਾ ਆਵੇ, ਮਨ ਦੇ ਵਿੱਚ ਸੱਚ ਦੇ ਨਾਲ ਜੁੜਨ ਦਾ ਖਿਆਲ ਆਵੇ, ਪਰ ਆਵੇ ਸੱਚੇ ਮਨ ਦੇ ਨਾਲ, ਕਿਉਂਕਿ ਉਸ ਦਰਬਾਰ ਦੇ ਵਿੱਚ ਚੁਸਤ ਚਲਾਕੀਆਂ ਨਹੀਂ ਜੇ ਚੱਲਦੀਆਂ। ਇਹ ਬਹੁਤ ਵਾਰ ਹੋਇਆ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ। ਪਹਿਲਾ ਜੀਵ ਮਾੜੇ ਕਰਮ ਕਰਦਾ ਆ ਤੇ ਉਸ ਤੋਂ ਬਾਅਦ ਅਚਾਨਕ ਉਸਦੇ ਮਨ ਦੇ ਵਿੱਚ ਕਿਸੇ ਸਾਧੂ ਸੰਤ ਦੀ ਕਿਰਪਾ ਦੇ ਨਾਲ ਉਸਦੇ ਮਨ ਦੇ ਵਿੱਚ ਖਿਆਲ ਆਉਂਦਾ ਆ ਕਿ ਭਾਈ ਮੈਂ ਗਲਤ ਕਰ ਰਿਹਾ ਹਾਂ, ਮੈਂ ਬਹੁਤ ਗਲਤ ਕੰਮ ਕੀਤੇ ਨੇ। ਤੇ ਸਾਧ ਸੰਗਤ ਜੀ, ਜੇਕਰ ਉਹ ਝੂਠ ਦਾ ਰਸਤਾ ਛੱਡ ਕੇ ਸੱਚ ਦੇ ਮਾਰਗ ਨੂੰ ਚੁਣਦਾ ਆ, ਸਤਿਗੁਰੂ ਜੀ ਫਰਮਾਉਂਦੇ ਉਹ ਪ੍ਰਮਾਤਮਾ ਬਖਸ਼ ਲੈਂਦਾ ਹੈ। ਪਰ ਸਾਧ ਸੰਗਤ ਜੀ, ਉਹ ਜੋ ਪਛਤਾਵਾ ਹੋਵੇ ਉਹ ਹੋਵੇ ਸੱਚਾ, ਤੇ ਸੱਚੇ ਮਨ ਦੇ ਨਾਲ ਉਹ ਸਾਧੂ ਸੰਤਾਂ ਦੀ ਸ਼ਰਨ ਦੇ ਵਿੱਚ ਆਵੇ ਕਿ ਭਾਈ ਮੇਰੇ ਤੋਂ ਇਹ ਪਾਪ ਹੋਇਆ ਆ, ਅਣਜਾਣੇ ਦੇ ਵਿੱਚ, ਹੰਕਾਰ ਦੇ ਵਿੱਚ, ਅਗਿਆਨਤਾ ਦੇ ਵਿੱਚ ਮਿਸਤੇ ਕੰਮ ਹੋਇਆ ਆ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਜਮਪੁਰੀ ਜਾਹਿੰਗੇ ਸਤ ਪਾਖੈ ਰਵਿਦਾਸ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ, ਜੋ ਜੀਵ ਸੰਸਾਰ ਦੇ ਵਿੱਚ ਜਨਮ ਲੈ ਕੇ ਆਪਣੇ ਅੰਦਰ ਬੈਠੇ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਦਿੰਦਾ ਆ, ਉਸ ਦਾ ਖਿਆਲ ਨਹੀਂ ਜੇ ਕਰਦਾ, ਤੇ ਉਸ ਨੂੰ ਛੱਡ ਕੇ ਸਾਧ ਸੰਗਤ ਜੀ ਇੱਧਰ ਉੱਧਰ ਭਟਕਣਾ ਕਰਦਾ ਆ, ਐਸਾ ਜੀਵ ਨਰਕਾਂ ਨੂੰ ਜਾਂਦਾ ਹੈ। ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਆ ਤੇ ਅਸੀਂ ਉਸ ਨੂੰ ਇੱਧਰ ਉੱਧਰ ਲੱਭ ਰਹੇ ਹਾਂ। ਇਸ ਵਾਰ ਕਿਸੇ ਹੋਰ ਦਰ ਤੇ, ਉਸ ਵਾਰ ਕਿਸੇ ਹੋਰ ਦਰ ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਭਾਈ, ਉਹ ਜਿਸਨੇ ਸ੍ਰਿਸ਼ਟੀ ਰਚੀ ਉਹ ਤੇਰੇ ਅੰਦਰ ਬੈਠਾ ਆ, ਤੇ ਉਸ ਦੀ ਪਹਿਚਾਨ ਨਾ ਕਰਕੇ, ਉਸ ਦੇ ਨਾਲ ਨਾ ਜੁੜ ਕੇ ਜੋ ਜੀਵ ਬਾਹਰ ਭਟਕਦਾ, ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ, ਐਸਾ ਜੀਵ ਨਰਕਾਂ ਦਾ ਭਾਗੀ ਬਣਦਾ ਹੈ। ਰਵਿਦਾਸ ਮਨੁੱਖ ਜਨਮ ਹੋ ਚਿੰਤਿਓ ਗੁਰੂ ਏਕ, ਆਦ ਅੰਤ ਜਾ ਸਤਿਗੁਰ ਰਾਖੈ ਸਭਨ ਕੀ ਟੇਕ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਭਾਈ, ਮੈਂ ਮਨੁੱਖ ਜਨਮ ਵਿੱਚ ਇੱਕ ਪ੍ਰਭੂ, ਇੱਕ ਗੁਰੂ ਦਾ ਸਿਮਰਨ ਕਰਦਾ ਹਾਂ। ਮੈਂ ਮਨੁੱਖਾ ਜਨਮ ਦੇ ਵਿੱਚ ਰਵਿਦਾਸ ਮਨੁੱਖ ਜਨਮ ਮੋਹ ਹੋ ਚਿੰਤਿਓ ਗੁਰੂ ਏਕ, ਭਾਈ ਮੈਂ ਇੱਕ ਗੁਰੂ ਨਾਲ ਜੁੜਿਆ ਹੋਇਆ ਹਾਂ। ਸ੍ਰਿਸ਼ਟੀ ਦੇ ਆਦ ਤੋਂ ਲੈ ਕੇ ਅੰਤ ਤੱਕ ਹਮੇਸ਼ਾ ਰਹਿਣ ਵਾਲਾ ਉਹ ਪ੍ਰਭੂ ਹੀ ਮੇਰਾ ਸਤਿਗੁਰ ਹੈ। ਆਦ ਅੰਤ ਜਾ ਸਤਿਗੁਰੂ ਰਾਖੈ ਸਭਨ ਕੀ ਟੇਕ, ਤੇ ਭਾਈ ਉਹ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਸੋ ਆਓ ਸਾਧ ਸੰਗਤ ਜੀ, ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚ ਦੇ ਰਸਤੇ ਤੇ ਚੱਲਣ ਦੀ, ਸੱਚ ਦੇ ਮਾਰਗ ਨੂੰ ਚੁਣਨ ਦੀ ਪਾਵਨ ਪਵਿੱਤਰ ਗੱਲ ਕਰਦੇ ਨੇ, ਅਤੇ ਫਰਮਾਉਂਦੇ ਨੇ ਕਿ ਭਾਈ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ। ਜੋ ਜੀਵ ਸੱਚ ਦੇ ਮਾਰਗ ਤੇ ਚੱਲਦਾ ਆ, ਇਹ ਸੱਚ ਹੈ ਸਾਧ ਸੰਗਤ ਜੀ। ਕੁਝ ਸਮੇਂ ਲਈ ਇਹ ਹੋ ਸਕਦਾ ਹੈ ਕਿ ਝੂਠ ਨੂੰ ਗੁਮਾਨ ਹੋ ਜਾਵੇ, ਕਿ ਝੂਠ ਨੂੰ ਕਈ ਵਾਰ ਆਪਣੇ ਆਪ ਤੇ ਹੰਕਾਰ ਹੋ ਜਾਂਦਾ ਆ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਪਰ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ, ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਚਾਹੇ ਪਰੇਸ਼ਾਨੀਆਂ ਆਉਣ, ਦੁੱਖ ਆਉਣ, ਸਤਿਗੁਰੂ ਜੀ ਫਰਮਾਉਂਦੇ ਸਾਨੂੰ ਸੱਚ ਦਾ ਜੋ ਮਾਰਗ ਹੈ ਕਦੇ ਨਹੀਂ ਜੀ ਤਿਆਗਣਾ ਚਾਹੀਦਾ, ਕਿਉਂਕਿ ਸਾਧ ਸੰਗਤ ਜੀ ਸੱਚ ਹੀ ਹੈ ਜੋ ਸਾਨੂੰ ਪ੍ਰਮਾਤਮਾ ਦੇ ਨਾਲ ਜੋੜ ਸਕਦਾ ਹੈ। ਇਹ ਜੋ ਸੱਚ ਦਾ ਰਸਤਾ ਹੀ ਹੈ ਜੋ ਸਾਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੀ ਪ੍ਰਾਪਤੀ ਕਰਾ ਸਕਦਾ ਹੈ। ਸੋ ਆਓ ਸਾਧ ਸੰਗਤ ਜੀ, ਅਡੰਬਰਾਂ, ਪਖੰਡਾਂ, ਵਹਿਮਾਂ, ਭਰਮਾਂ, ਨਸ਼ਿਆਂ ਨੂੰ, ਝੂਠ ਦੇ ਮਾਰਗ ਨੂੰ ਛੱਡ ਕੇ ਅਸੀਂ ਵੀ ਸੱਚ ਦੇ ਨਾਲ ਜੁੜੀਏ, ਸੱਚ ਦੀ ਕਮਾਈਆਂ ਕਰੀਏ, ਹੱਥਾਂ ਨਾਲ ਕਿਰਤ ਕਮਾਈਆਂ ਕਰੀਏ, ਇਮਾਨਦਾਰੀ ਦੀ ਰੋਟੀ ਕਮਾਈਏ, ਇਸ ਜੀਵਾਂ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ, ਤਾਂ ਜੋ ਸਾਨੂੰ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਵੇ। ਜੀਵਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰਾਏ ਕਰ ਕਹਿ ਰਵਿਦਾਸ ਵਿਚਾਰ। ਜੋ ਜੀਵ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਸਾਧ ਸੰਗਤ ਜੀ,
ਇਮਾਨਦਾਰੀ ਦੀ ਰੋਟੀ ਕਮਾਉਂਦਾ ਹੈ ਤੇ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕਰਦਾ ਹੈ। ਸਤਿਗੁਰੂ ਜੀ ਫਰਮਾਉਂਦੇ, ਭਾਈਓ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਪੜੋ, ਜੁੜੋ, ਸੰਘਰਸ਼ ਕਰੋ। ਬਾਬਾ ਸਾਹਿਬ ਨੇ ਫਰਮਾਇਆ ਸੀ ਪੜੋ। ਸਤਿਗੁਰੂ ਜੀ ਵੀ ਇਹੀ ਸਮਝਾਉਂਦੇ ਨੇ ਕਿ ਭਾਈ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਤੇ ਜੋ ਵੀ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਰਸਤਾ ਦਿਖਾਇਆ ਸਾਧ ਸੰਗਤ ਜੀ, ਉਸ ਤੇ ਚੱਲਣਾ ਸਾਡਾ ਫਰਜ਼ ਹੈ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਨਹੀਂ ਹਾਂ। ਆਪਣੇ ਬੱਚਿਆਂ ਨੂੰ ਖੂਬ ਪੜਾਓ, ਚੰਗੀ ਸਿੱਖਿਆ ਦਿਓ ਸਾਧ ਸੰਗਤ ਜੀ। ਜੇਕਰ ਬੱਚਾ ਪੜ੍ਹਾਈ ਦੇ ਵਿੱਚ ਮਨ ਨਹੀਂ ਜੇ ਲਾਉਂਦਾ, ਬਹੁਤ ਸਾਰੇ ਜੀਵ ਨੇ ਵੱਡੇ ਵੱਡੇ ਜੋ ਸਾਧ ਸੰਗਤ ਜੀ ਫੇਮਸ, ਬਹੁਤ ਮਸ਼ਹੂਰ ਹਸਤੀਆਂ ਬਣੀਆਂ ਹੋਈਆਂ ਨੇ, ਪਰ ਪੜ੍ਹਾਈ ਦੇ ਵਿੱਚ ਉਹਨਾਂ ਦਾ ਮਨ ਨਹੀਂ ਜੇ ਲੱਗਿਆ। ਜੇਕਰ ਬੱਚਾ ਪੜ੍ਹਾਈ ਦੇ ਵਿੱਚ ਤੇਜ਼ ਹੈ ਤਾਂ ਉਸਨੂੰ ਅਸੀਂ ਅੱਛੀ ਸਿੱਖਿਆ ਦਈਏ, ਜਿੰਨਾ ਹੋ ਸਕੇ ਚਾਹੇ ਰੋਟੀ ਘੱਟ ਖਾਈਏ, ਉਸਦੀ ਸਿੱਖਿਆ ਦਾ ਪ੍ਰਬੰਧ ਕਰੀਏ। ਜੇਕਰ ਬੱਚੇ ਦਾ ਮਨ ਪੜ੍ਹਾਈ ਦੇ ਵਿੱਚ ਨਹੀਂ ਜੇ ਲੱਗਦਾ ਤਾਂ ਸਾਧ ਸੰਗਤ ਜੀ ਉਸਨੂੰ ਕਿਸੇ ਬਿਜ਼ਨਸ ਦੇ ਵਿੱਚ, ਕਿਸੇ ਕੰਮਕਾਰ ਦੇ ਵਿੱਚ, ਜੇ ਕਿਸੇ ਉਹ ਹੁਨਰ ਦਾ ਮਾਲਕ ਹੈ, ਅਸੀਂ ਉਸਨੂੰ ਉਹੀ ਕਰਵਾਈਏ ਤਾਂ ਜੋ ਬੱਚੇ ਦਾ ਜੋ ਜੀਵਨ ਹੈ ਸਾਧ ਸੰਗਤ ਜੀ ਉਹ ਸਫਲ ਹੋ ਸਕੇ। ਮਾਧੋ ਅਵਿਦਿਆ ਹਿਤ ਕੀਨ। ਤੇ ਨਾਲ ਨਾਲ ਸਾਧ ਸੰਗਤ ਜੀ ਅਸੀਂ ਜੋ ਸਕੂਲਾਂ ਕਾਲਜਾਂ ਦੀ ਪੜ੍ਹਾਈ ਉਸਨੂੰ ਦੇਣੀ ਹੈ, ਉਸ ਦੇ ਨਾਲ ਨਾਲ ਉਸਨੂੰ ਧਾਰਮਿਕ ਸਿੱਖਿਆ ਵੀ ਦੇਣੀ ਹੈ, ਤਾਂ ਜੋ ਕਦੇ ਉਹ ਵੱਡਾ ਹੋ ਕੇ ਵਹਿਮਾਂ ਭਰਮਾਂ ਦਾ ਸ਼ਿਕਾਰ ਨਾ ਜੇ ਹੋ ਜਾਵੇ। ਆ ਬਹੁਤ ਸਾਰੇ ਜੀਵ ਨੇ ਸਾਧ ਸੰਗਤ ਜੀ, ਬਹੁਤ ਵਧੀਆ ਪੜ੍ਹੇ ਲਿਖੇ ਨੇ, ਪਰ ਮਨ ਦੇ ਵਿੱਚ ਅਡੰਬਰ ਪਖੰਡ ਨੇ, ਵਹਿਮਾਂ ਭਰਮਾਂ 'ਚ ਵਿਸ਼ਵਾਸ ਕਰਦੇ ਨੇ, ਅਡੰਬਰਾਂ ਦੇ ਵਿੱਚ ਫਸੇ ਹੋਏ ਨੇ। ਤੇ ਐਸੇ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਤੇ ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਹੀ ਪੜੋ। ਇਸ ਕਰਕੇ ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਉਹਨਾਂ ਨੂੰ ਸਕੂਲਾਂ ਕਾਲਜਾਂ ਦੀ ਪੜ੍ਹਾਈ ਦਿਓ ਤੇ ਨਾਲ ਨਾਲ ਅਧਿਆਤਮਿਕ ਸਿੱਖਿਆ ਵੀ ਦਿਓ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੋੜੋ, ਜੋ ਵਹਿਮਾਂ ਭਰਮਾਂ ਦਾ ਨਾਸ਼ ਕਰਦੀ ਹੈ, ਅਡੰਬਰਾਂ ਪਖੰਡਾਂ ਦਾ ਨਾਸ਼ ਕਰਕੇ ਸੱਚ ਨਾਲ ਜੋੜਦੀ ਹੈ। ਬਾਬਾ ਸਾਹਿਬ ਦਾ ਦੂਸਰਾ ਉਪਦੇਸ਼ ਹੀ ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਕਿ ਭਾਈ ਆਪਸ ਦੇ ਵਿੱਚ ਇਸ ਤਰ੍ਹਾਂ ਮਿਲ ਕੇ ਰਹੋ ਜਿਵੇਂ ਮਧੂਮੱਖੀਆਂ ਮਿਲ ਕੇ ਰਹਿੰਦੀਆਂ ਨੇ, ਪਰ ਜੁੜਨਾ ਅਸੀਂ ਸੱਚ ਨਾਲ ਹੈ ਸਾਧ ਸੰਗਤ ਜੀ। ਸਤ ਸੰਗਤ ਮਿਲ ਰਹੀ ਹੈ ਮਾਧੋ। ਝੂਠ ਨਾਲ, ਨਸ਼ੇ ਨਾਲ, ਫਰੇਬ ਨਾਲ ਨਹੀਂ ਜੇ ਜੁੜਨਾ, ਸੱਚ ਨਾਲ ਅਸੀਂ ਆਪਸ ਦੇ ਵਿੱਚ ਜੁੜ ਕੇ ਰਹਿਣਾ। ਤੇ ਜੁੜ ਕੇ ਕੀ ਕਰਨਾ ਹੈ, ਜਿਵੇਂ ਬਾਬਾ ਸਾਹਿਬ ਫਰਮਾਉਂਦੇ ਨੇ, ਸੰਘਰਸ਼ ਕਰੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਪ੍ਰਾਦੀਨਤਾ ਪਾਪ ਹੈ ਜਾਨ ਲਿਓ ਰਹਿਮੀਤ। ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਤੇ ਸੱਚ ਹੈ ਸਾਧ ਸੰਗਤ ਜੀ, ਸਰੀਰਕ ਤੇ ਮਾਨਸਿਕ ਗੁਲਾਮੀ ਕੋਈ ਵੀ ਹੋਵੇ, ਹਰ ਪ੍ਰਕਾਰ ਦੀ ਮਾੜੀ ਹੈ। ਤੇ ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਅਸੀਂ ਸਭ ਦਾ ਹੀ ਭਲਾ ਮੰਗਣਾ ਆ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ। ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਕਿ ਭਾਈ ਐਸਾ ਰਾਜ ਲੈ ਕੇ ਆਣਾ ਆ ਜਿਸ ਦੇ ਵਿੱਚ ਨਾ ਕੋਈ ਅਮੀਰ ਹੋਵੇ ਨਾ ਕੋਈ ਗਰੀਬ ਹੋਵੇ, ਸਭ ਬਰਾਬਰ ਹੋਣ, ਸਭ ਖੁਸ਼ੀ ਖੁਸ਼ੀ ਆਪਸ ਦੇ ਵਿੱਚ ਰਹਿਣ ਸਾਧ ਸੰਗਤ ਜੀ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਬਨ ਕੋ ਅੰਨ। ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰਾਖੋ ਚੀ ਤੁਮਕੋ ਦੁੱਖ ਨਹੀਂ ਪਾਈ ਨੀਤ। ਕਿ ਭਾਈ ਨਾ ਕਿਸੇ ਦਾ ਬੁਰਾ ਸੋਚਿਆ ਕਰ। ਜਦੋਂ ਵੀ ਸੋਚਣਾ ਸਾਧ ਸੰਗਤ ਜੀ, ਜਦੋਂ ਵੀ ਮੰਗਣਾ, ਅਸੀਂ ਹਮੇਸ਼ਾ ਸਭ ਦਾ ਭਲਾ ਹੀ ਮੰਗਣਾ ਹੈ। ਜੋ ਇਨਸਾਨ, ਜੋ ਜੀਵ ਦੂਜਿਆਂ ਦਾ ਭਲਾ ਮੰਗਦਾ ਸਾਧ ਸੰਗਤ ਜੀ, ਪ੍ਰਮਾਤਮਾ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ। ਅੰਮ੍ਰਿਤ ਵੇਲੇ ਉਠੋ, ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਕਰੋ, ਸੋਹੰਗ ਸਤਨਾਮ ਦਾ ਜਾਪ ਕਰੋ। ਤੇ ਦਿਨੇ ਵੀ ਸਾਧ ਸੰਗਤ ਜੀ ਕਿਰਤ ਕਮਾਈਆਂ ਕਰਦੇ ਕਰਦੇ ਜੀਵਨ ਨਾਲ ਉਸ ਪ੍ਰਮਾਤਮਾ ਦੇ ਨਾਲ ਜੁੜੇ ਰਹੀਏ, ਚੰਗੇ ਕਰਮ ਕਰੀਏ, ਸਭ ਦਾ ਭਲਾ ਮੰਗੀਏ। ਇੰਨੀ ਕਿ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨਾ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ। ਜੋ ਬੋਲੇ ਸੋ ਨਿਰਭੈ
ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।